ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਹਰਗੋਬਿੰਦ ਜੀ ਮਾਨੋ ਕਿ ਬਾਲਕ ਲੀਲਾ ਕਰਦੇ ਨੇ, ਉਹਨਾਂ ਦੇ ਜਿਹੜੇ ਚਰਨ ਨੇ ਮਾਨੋ ਕਿ ਲਾਲ ਕਮਲ ਦੇ ਫੁੱਲ ਵਰਗੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਇਮ ਖੇਲਤ ਪਿਤ ਢਿਗ ਚਾਲਿਆ ਮੈਂ, ਸਭ ਸਭਾ ਮੋਦ ਉਪਜਾਵੇਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਕਦੇ ਖੇਡਦਿਆਂ ਖੇਡਦਿਆਂ ਸ੍ਰੀ ਹਰਗੋਬਿੰਦ ਜੀ ਆਪਣੇ ਪਿਤਾ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਜਾਂਦੇ ਨੇ। ਸਭਾ ਸਜੀ ਹੁੰਦੀ ਹੈ, ਸਾਰੇ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਉਂਦੇ। ਪਿਖ ਲੱਛਣ ਅੰਗ ਬਿਸਾਲਾ, ਗੁਰ ਪਾਰੋ ਹੋਏ ਕਿਰਪਾਲਾ। ਇਹਨਾਂ ਦੇ ਲੱਛਣਾਂ ਨੂੰ ਤੇ ਵੱਡੇ ਵੱਡੇ ਅੰਗਾਂ ਨੂੰ ਦੇਖ ਕੇ ਕਈ ਸਾਰੇ ਜਿਹੜੇ ਸਿੱਖ ਨੇ ਉਹ ਕਹਿੰਦੇ ਨੇ ਕਿ ਵੱਡਾ ਕਿਰਪਾਲੂ ਭਾਰੀ ਗੁਰੂ ਹੋਵੇਗਾ। ਕੋ ਕਹੈ ਸੂਰ ਵੱਡ ਹੋਵੇ, ਗਣ ਦੁਸ਼ਟਣ ਕੀ ਜਰ ਕੋ ਖੋਵੇ। ਕਈ ਸਿੱਖ ਵੇਖ ਕੇ ਕਹਿੰਦੇ ਨੇ ਕਿ ਵੱਡਾ ਸੂਰਮਾ ਹੋਵੇਗਾ, ਜਿਹੜਾ ਕਿ ਮਾਨੋ ਦੁਸ਼ਟਾਂ ਦੀਆਂ ਜੜਾਂ ਨੂੰ ਮੁੱਢ ਤੋਂ ਪੁੱਟ ਕੇ ਸਾੜ ਦੇਗਾ। ਕੋ ਕਹਿ ਢੀਲ ਬਲਵਾਨਾ, ਕਿਸ ਨਰ ਕੋ ਅਸ ਨਹੀਂ ਜਾਣਾ। ਕਈ ਜਿਹੜੇ ਸਿੱਖ ਨੇ ਉਹ ਇਹ ਕਹਿੰਦੇ ਨੇ ਕਿ ਐਡਾ ਬਲਵਾਨ ਜਿਹੜਾ ਸਰੀਰ ਹੈ ਉਹ ਕਿਸੇ ਮਨੁੱਖ ਦਾ ਨਹੀਂ ਹੋ ਸਕਦਾ, ਕਿਸੇ ਵੀ ਹੋਰ ਬਾਲਕ ਦਾ ਇਸ ਤਰ੍ਹਾਂ ਦਾ ਸਰੀਰ ਨਹੀਂ ਵੇਖਿਆ। ਪੁਜ ਹੋਏ ਪ੍ਰਲੰਬਤ ਪਾਰੀ, ਔਰ ਆਇਤ ਜੁਤ ਬਿਸ ਤਾਰੀ। ਜਿਹੜੀਆਂ ਭੁਜਾਵਾਂ ਨੇ ਉਹ ਲੰਮੀਆਂ ਨੇ, ਇਸ ਤੋਂ ਇਲਾਵਾ ਬੜੀਆਂ ਮੋਟੀਆਂ ਤੇ ਤਕੜੀਆਂ ਨੇ। ਜਿਹੜੀ ਛਾਤੀ ਹੈ ਉਹ ਬਹੁਤ ਜ਼ਿਆਦਾ ਵਿਸਥਾਰ ਵਾਲੀ, ਚੌੜੀ। ਸਭ ਦੇਖ ਦੇਖ ਸੁਖ ਪਾਵੇਂ, ਇਮ ਸ੍ਰੀ ਗੁਰ ਦਿਓਸ ਬਿਤਾਵੇਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਾਰੇ ਵੇਖ ਵੇਖ ਕੇ ਹਰਗੋਬਿੰਦ ਜੀ ਨੂੰ ਸੁਖ ਦੀ ਪ੍ਰਾਪਤੀ ਕਰਦੇ ਨੇ। ਇਸ ਤਰੀਕੇ ਦੇ ਨਾਲ ਜਿਹੜੇ ਦਿਨ ਨੇ ਨਾ ਉਹ ਬਤੀਤ ਹੋ ਰਹੇ ਨੇ। ਨਿਤ ਬਰਦਤ ਢੀਲ ਬਿਸਾਲਾ, ਬਾਂਡਿਆਇਤ ਸੁੰਦਰ ਪਾਲਾ। ਨਿੱਤਾ ਪ੍ਰਤੀ ਜਿਹੜੇ ਅੰਗ ਨੇ ਉਹ ਵੱਧਦੇ ਜਾ ਰਹੇ ਨੇ, ਔਰ ਜਿਹੜੀ ਆਯੁਤ ਹੈ, ਜਿਹੜੀ ਛਾਤੀ ਹੈ ਉਹ ਵੀ ਵੱਡੀ ਹੈ। ਇਸ ਤੋਂ ਇਲਾਵਾ ਜਿਹੜਾ ਮੱਥੇ ਦਾ ਆਕਾਰ ਹੈ ਉਹ ਵੀ ਬੜਾ ਚੌੜਾ ਹੈ। ਸ੍ਰੀ ਅਰਜਨ ਸਭ ਦਿਨ ਮਾਹੀ, ਤਾਜ ਆਲਸ ਜਾਮ ਨਿਸਾਹੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਨਿਤਨੇਮ ਕੀ ਹੈ, ਨਿਤ ਦੀ ਕਿਰਿਆ ਕੀ ਹੈ, ਉਸ ਦਾ ਜ਼ਿਕਰ ਕਰਦੇ ਨੇ ਕਵੀ ਜੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਾਜ ਆਲਸ ਜਾਮ ਨਿਸਾਹੀ, ਪਹਿਰ ਰਾਤ ਰਹਿੰਦੀ ਦੇ ਨਾਲ ਹੀ
ਆਲਸ ਨੂੰ ਛੱਡ ਕੇ ਉੱਠ ਜਾਂਦੇ ਨੇ। ਸੁਚ ਕਿਰਿਆ ਪ੍ਰਾਤ ਹਿਤਕਾਰੀ, ਪੁਨ ਬੈਠੇ ਆਸਣ ਮਾਰੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੀ ਕਿਰਿਆ ਨੂੰ ਸਾਧ ਕੇ ਫਿਰ ਆਸਣ ਲਾ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਹਿ ਜਾਂਦੇ ਨੇ। ਥਿਤ ਆਪਨ ਸਰੂਪ ਮਝਾਰਾ, ਮਨ ਰਾਖੈ ਰੋਕ ਉਦਾਰਾ। ਆਪਣੇ ਹੀ ਸਰੂਪ ਦਾ ਮਾਨੋ ਕੇ ਧਿਆਨ ਧਾਰਨ ਕਰਕੇ ਬੈਠ ਜਾਂਦੇ ਨੇ। ਮਨ ਤੇ ਬ੍ਰਿਤੀ ਨੂੰ ਬਿਲਕੁਲ ਟਿਕਾ ਦੇ ਵਿੱਚ ਲੈ ਆਉਂਦੇ ਨੇ। ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਨਿਤਨੇਮ ਹੈ। ਨਿਤਨੇਮ ਦਾ ਭਾਵ ਇਹੀ ਹੁੰਦਾ ਹੈ ਕਿ ਜਿਹੜਾ ਕੰਮ ਰੋਜ਼ ਹੀ ਕੀਤਾ ਜਾਵੇ। ਇਸ ਜਗ੍ਹਾ ਤੇ ਜਦੋਂ ਤੁਸੀਂ ਆਉਂਦੇ ਹੋ ਤੇ ਕਹੀਦਾ ਹੈ ਕਿ ਨਿਤਨੇਮ ਦੇ ਵਿੱਚ ਬੈਠਣਾ ਹੈ, ਨਿਤਨੇਮ ਦੇ ਵਿੱਚ ਜਾਣਾ ਹੈ। ਨਿਤਨੇਮ ਦਾ ਭਾਵ ਇਹ ਹੈ ਕਿ ਜੋ ਰੋਜ਼ ਹੀ ਹੁੰਦਾ ਹੈ, ਔਰ ਰੋਜ਼ ਹੀ ਇੱਥੇ ਸਾਰਾ ਕੁਝ ਹੁੰਦਾ ਹੈ, ਇਸੇ ਕਰਕੇ ਨਿਤਨੇਮ ਆਖਿਆ ਜਾਂਦਾ ਹੈ। ਹੋਰ ਇਹਦਾ ਵੱਖਰਾ ਕੋਈ ਮਤਲਬ ਨਹੀਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਤਨੇਮ ਹੈ, ਉਹਨਾਂ ਦਾ ਜਿਹੜਾ ਨਿੱਤਾ ਕ੍ਰਮ ਹੈ, ਉਸ ਦੀ ਗੱਲ ਕੀਤੀ ਹੈ ਕਵੀ ਜੀ ਨੇ। ਇੱਕ ਦਿਵਸ ਪ੍ਰਾਤ ਜਬ ਹੋਈ, ਉੱਠ ਕਿਰਿਆ ਕਰਤ ਪੇ ਸੋਈ। ਇੱਕ ਦਿਨ ਦੀ ਘਟਨਾ ਦਾ ਜ਼ਿਕਰ ਕਰਦੇ ਨੇ ਕਵੀ ਜੀ ਕਿ ਇੱਕ ਦਿਨ ਜਦੋਂ ਪ੍ਰਾਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ। ਜਲ ਕੂਪ ਪ੍ਰਥਮ ਇਸ਼ਨਾਨੇ, ਸ੍ਰੀ ਅੰਮ੍ਰਿਤ ਸਰ ਪੁਨਾ ਪਿਆਨੇ। ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੂਹ ਦੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਤੇ ਇਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਸਰੋਵਰ ਹੈ ਉਸ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਚਲੇ ਗਏ। ਸਿੱਖ ਗਿਆਨੀ ਕੇਤਕ ਸੰਗੇ, ਕੋ ਸਤਨਾਮ ਰਤ ਰੰਗੇ। ਬਹੁਤ ਸਾਰੇ ਜਿਹੜੇ ਗਿਆਨੀ ਸਿੱਖ ਨੇ ਉਹ ਸਤਿਗੁਰਾਂ ਦੇ ਨਾਲ ਨੇ। ਇਸ ਤੋਂ ਇਲਾਵਾ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਸਾਰੇ ਦੇ ਸਾਰੇ ਰੰਗੇ ਹੋਏ ਨੇ। ਨਿਸ ਦਿਓਸ ਲਗੀ ਲੇਵ ਜੀਹਾ, ਪ੍ਰਭ ਦਰਸ਼ਨ ਕੀ ਔਰ ਇਹਾ। ਕਹਿਣ ਤੋਂ ਭਾਵ ਹੈ ਕਿ ਰਾਤ ਤੇ ਦਿਨ ਜਿਹੜੀ ਲਿਵ ਹੈ ਉਹ ਜੁੜੀ ਹੋਈ ਹੈ ਪ੍ਰਭੂ ਦੇ ਦਰਸ਼ਨਾਂ ਦੇ ਵਾਸਤੇ। ਉਹਨਾਂ ਦੀ ਤੀਬਰ ਇੱਛਾ ਹੈ। ਸਭ ਸੁਦਾ ਸਰੋਵਰ ਮੱਜੇ, ਬਹੁ ਜਨ ਮਨ ਕੇ ਅਗ ਭਜੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੇ ਦੇ ਸਾਰੇ ਉਸ ਸੁਦਾ ਦੇ ਸਰੋਵਰ ਦੇ ਵਿੱਚ ਨਹਾਤੇ ਨੇ, ਇਸ਼ਨਾਨ ਕੀਤਾ ਹੈ। ਜਿਹੜੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਾਨੋ ਕਿ ਜਨਮਾਂ ਜਨਮਾਂ ਦੇ ਪਾਪ ਭੱਜ ਜਾਂਦੇ ਨੇ, ਦੌੜ ਜਾਂਦੇ ਨੇ। ਪੁਨ ਸਿਰ ਗੁਰ ਕੀਨ ਸ਼ਨਾਨਾ, ਗਰ ਸੂਖਮ ਬਸਤਰ ਮਹਾਨਾ। ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ ਔਰ ਇਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਆਪਣੇ ਗਲ ਦੇ ਵਿੱਚ ਜਿਹੜਾ ਚੋਲਾ ਪਾਇਆ ਹੈ, ਜਿਹੜਾ ਜਾਮਾ ਪਾਇਆ ਹੈ, ਕਵੀ ਜੀ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਸੂਖਮ ਹੈ, ਬਰੀਕ ਕੱਪੜੇ ਦਾ। ਪਗ ਪੰਕਜ ਗਮਨੇ ਸੁੰਦਰ, ਹਿਤ ਦਰਸ਼ਨ ਸ੍ਰੀ ਹਰੀ ਮੰਦਰ। ਨੰਗੇ ਚਰਨਾਂ ਦੇ ਨਾਲ ਚੱਲ ਕੇ ਗਏ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਦੇ ਵਾਸਤੇ। ਨਿਜ ਪਿਤ ਕੋ ਕਲਪ ਸਥਾਨਾ, ਹੋਏ ਨਮਰ ਪ੍ਰਣਾਮ ਸੋ ਠਾਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਹ ਕਲਪਨਾ ਕੀਤੀ ਹੈ, ਵਿਚਾਰ ਕੀਤੀ ਹੈ ਕਿ ਮੇਰੇ ਪਿਤਾ ਭਾਵ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਜਗ੍ਹਾ ਹੈ। ਸ੍ਰੀ ਰਾਮਦਾਸ ਤਰ ਧਿਆਨਾ, ਹੋਏ ਨਮਰ ਪ੍ਰਣਾਮ ਸੋ ਠਾਨਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਕੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਨਮਸਕਾਰ ਕੀਤੀ ਹੈ, ਪ੍ਰਣਾਮ ਕੀਤੇ। ਪੁਲ ਕਾਵਲ ਦੇਹ ਮਹਾਨਾ, ਸ੍ਰੀ ਰਾਮਦਾਸ ਧਰ ਧਿਆਨਾ। ਜਦੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਤੇ ਮਾਨੋ ਉਹਨਾਂ ਦੀ ਜਿਹੜੀ ਪੁਲਕਾਵਲੀ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਹ ਖੜੀ ਹੋ ਗਈ ਹੈ, ਭਾਵ ਕੇ ਰੌਂਗਟੇ ਖੜੇ ਹੋ ਗਏ ਨੇ ਆਨੰਦ ਦੇ ਨਾਲ। ਜਲ ਭਰਿਓ ਬਿਲੋਚਣ ਬੀਚਾ,
ਬਹਿ ਆਂਸੂ ਆਨਨ ਸੀਚਾ। ਪਾਣੀ ਦੇ ਨਾਲ ਮਾਨੋ ਕਿ ਅੱਖਾਂ ਭਿੱਜ ਗਈਆਂ ਨੇ, ਗਿੱਲੀਆਂ ਹੋ ਗਈਆਂ ਨੇ ਤੇ ਆਂਸੂ ਵਹਿਣ ਲੱਗ ਪਏ ਨੇ, ਅਥਰੂ ਚੋ ਰਹੇ ਨੇ, ਜਿਨ੍ਹਾਂ ਨੇ ਮਾਨੋ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖੜੇ ਨੂੰ ਭਿਉਂ ਦਿੱਤਾ ਹੈ। ਰੁੱਖ ਕੰਠ ਨ ਬੋਲਿਓ ਜਾਈ, ਬੜ ਪ੍ਰੇਮ ਦੇਹ ਬਿਸਰਾਈ। ਪ੍ਰੇਮ ਦੇ ਨਾਲ ਕੰਠ ਰੁਕ ਗਿਆ ਹੈ, ਗਲਾ ਰੁਕ ਗਿਆ ਹੈ, ਬੋਲਿਆ ਨਹੀਂ ਜਾਂਦਾ। ਪ੍ਰੇਮ ਇੰਨਾ ਜ਼ਿਆਦਾ ਮਨ ਦੇ ਵਿੱਚ ਉਮੜਿਆ ਹੈ ਕਿ ਮਨ ਨੂੰ ਦੇਹ ਦੀ ਸੁੱਧ ਵੀ ਭੁੱਲ ਗਈ। ਚਿਰ ਕਿਤਕ ਬਿਖੈ ਧਰ ਧੀਰਾ, ਪਰ ਕਰਮ ਫਿਰੇ ਗਹੀਰਾ। ਕਵੀ ਜੀ ਲਿਖਦੇ ਨੇ ਕਿ ਥੋੜਾ ਚਿਰ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਨੂੰ ਧੀਰਜ ਦਿੱਤਾ ਹੈ ਤੇ ਫਿਰ ਗੁਣਾਂ ਦੇ ਗਹੀਰ ਸਤਿਗੁਰੂ ਜੀ ਪਰਕਰਮਾ ਕਰਨ ਲੱਗੇ। ਚਤਰ ਬਾਰ ਹਰਿ ਮੰਦਰ ਬਰ ਕੈ, ਬੈਠ ਬਿਰਾਜੇ ਬੰਦਰ ਬਰ ਕੈ। ਪਹਿਲਾਂ ਪਰਕਰਮਾ ਕੀਤੀਆਂ ਨੇ, ਫਿਰ 4 ਪਰਕਰਮਾ ਦੇਣ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਰੀ ਮੰਦਰ ਦੇ ਅੰਦਰ ਦਾਖਲ ਹੋਏ। ਖੇਤ ਕਿਤਕ ਕਾਲ ਦਰਸਾਏ, ਪੁੰਨ ਉੱਠ ਕਰ ਬਾਹਰ ਆਏ। ਥੋੜਾ ਚਿਰ ਤੱਕ ਹਰੀ ਮੰਦਰ ਦੇ ਅੰਦਰ ਬੈਠੇ ਰਹੇ ਨੇ, ਦਰਸ਼ਨ ਕਰਦੇ ਰਹੇ ਨੇ। ਥੋੜੀ ਦੇਰ ਤੋਂ ਬਾਅਦ ਫਿਰ ਉੱਠ ਕੇ ਬਾਹਰ ਆ ਗਏ। ਕਰ ਨਮੋ ਸੇਤਪੁਰ ਚਾਲੇ, ਦਰਸ਼ਨੀ ਜੋ ਪੌਰ ਬਿਸਾਲੇ। ਇਸ ਤੋਂ ਬਾਅਦ ਬਾਹਰ ਆਣ ਕੇ ਨਮਸਕਾਰ ਕਰਕੇ ਫਿਰ ਜਿਹੜਾ ਪੁਲ ਬਣਿਆ ਹੋਇਆ ਹੈ ਉਸ ਦੇ ਉੱਤੇ ਆਣ ਕੇ ਚੜੇ ਨੇ ਤੇ ਦਰਸ਼ਨੀ ਦਰਵਾਜ਼ੇ ਦੇ ਵੱਲ ਚੱਲ ਪਏ। ਤੈਂ ਫਿਰ ਕਰ ਠਾਂਡੇ ਹੋਇ ਕੇ, ਹਰੀ ਮੰਦਰ ਦਿਸ਼ਾ ਚ ਤੈ ਕੇ। ਉੱਥੇ ਫਿਰ ਕੇ ਖੜੇ ਹੋ ਕੇ ਹਰ ਮੰਦਰ ਦੇ ਵੱਲ ਚਿੱਤ ਨੂੰ ਦਿਸ਼ਾ ਨੂੰ ਕਰਕੇ। ਕਰ ਬੰਧਨ ਪ੍ਰੇਮ ਸਮੇਤਾ, ਪੁੰਨ ਸਰ ਪਰਕਰਮਾ ਹੇਤਾ। ਨਮਸਕਾਰ ਕਰਕੇ ਪ੍ਰੇਮ ਦੇ ਨਾਲ ਇਸ ਤੋਂ ਬਾਅਦ ਉਸ ਸਰੋਵਰ ਦੀਆਂ ਪਰਕਰਮਾ ਕਰਨ ਦੇ ਵਾਸਤੇ ਤੁਰ ਪਏ। ਗੁਰ ਗਮਨੈ ਮੰਦੈ ਮੰਦੇ, ਦੇ ਦਰਸ਼ਨ ਦਾਸ ਆਨੰਦੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਧੀਮੀ ਗਤੀ ਦੇ ਨਾਲ ਸਰੋਵਰ ਦੀਆਂ ਪਰਕਰਮਾ ਕਰਦੇ ਜਾ ਰਹੇ ਨੇ। ਦਾਸ ਜਿਹੜੇ ਨੇ ਉਹ ਆਨੰਦ ਦੇ ਨਾਲ ਭਿੱਜੇ ਹੋਏ ਨੇ ਤੇ ਨਾਲ ਨਾਲ ਦਰਸ਼ਨ ਕਰਦੇ ਜਾ ਰਹੇ ਨੇ। ਜਹ ਝੂਲਤ ਦੀਹ ਨਿਸ਼ਾਨਾ, ਕਰ ਨਮੋ ਚਲੇ ਅਗਵਾਨਾ। ਜਿੱਥੇ ਬਹੁਤ ਉੱਚਾ ਨਿਸ਼ਾਨ ਸਾਹਿਬ ਝੁੱਲ ਰਿਹਾ ਸੀ ਉਸ ਦੇ ਲਾਗੇ ਜਾ ਕੇ ਨਮਸਕਾਰ ਕਰਕੇ ਫਿਰ ਅੱਗੇ ਚੱਲੇ। ਮੁਖ ਉੱਤਰ ਦਿਸ਼ ਕਰ ਜਾਏ, ਸਿਰ ਬਾਇਬ ਕੋਣ ਨਿਵਾਏ। ਉੱਤਰ ਦੀ ਦਿਸ਼ਾ ਦੇ ਵੱਲ ਮੂੰਹ ਕਰਕੇ ਜਾ ਰਹੇ ਨੇ ਤੇ ਸਿਰ ਬਾਇਸ ਕੋਣ ਨਿਵਾਏ। ਕਹਿਣ ਤੋਂ ਭਾਵ ਹੈ ਕਿ ਉੱਤਰ ਤੇ ਪੱਛਮ ਦਾ ਜਿਹੜਾ ਕੋਣਾ ਸੀ ਨਾ ਉਸ ਜਗ੍ਹਾ ਤੇ ਜਾ ਕੇ ਸਿਰ ਨਿਵਾਇਆ। ਪੁੰਨ ਪੂਰਬ ਮੁਖ ਕਰ ਚਾਲੇ, ਸਿੱਖ ਬ੍ਰਿੰਦ ਗਮਨ ਕਰ ਨਾਲੇ। ਇਸ ਤੋਂ ਬਾਅਦ ਪੂਰਬ ਦੀ ਦਿਸ਼ਾ ਦੇ ਵੱਲ ਆਪਣੇ ਚਿਹਰੇ ਨੂੰ ਕਰਕੇ ਸਤਿਗੁਰੂ ਜੀ ਚੱਲ ਪਏ ਨੇ। ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦੇ ਨਾਲ ਨਾਲ ਜਾ ਰਹੇ ਨੇ। ਤੈਂ ਇੱਕ ਦਿਜ ਦੇਖਿਓ ਐਸਾ, ਸਰਸੋਂ ਦਾ ਤੀਰ ਪਰ ਬੈਸਾ। ਉੱਥੇ ਸਰੋਵਰ ਦੇ ਕਿਨਾਰੇ ਦੇ ਉੱਤੇ ਇੱਕ ਪੰਡਤ ਬੈਠਾ ਹੋਇਆ ਸਤਿਗੁਰਾਂ ਨੇ ਦੇਖਿਆ ਹੈ, ਜਿਹੜਾ ਕਿ ਕਿਨਾਰੇ ਦੇ ਉੱਤੇ ਸਰੋਵਰ ਦੇ ਬੈਠਾ ਹੈ। ਤਾਰੇ ਆਗੇ ਸਾਲ ਗਰਾਮੂ, ਬਹੁ ਪਾਤ ਕਰਤ ਪਰ ਨਾਮੂ। ਸੁਦਾ ਸਰੋਵਰ ਦੇ ਅੰਮ੍ਰਿਤ ਸਰੋਵਰ ਦੇ ਜਿਹੜਾ ਕਿਨਾਰੇ ਦੇ ਉੱਤੇ ਪੰਡਤ ਬੈਠਾ ਹੈ, ਕਵੀ ਜੀ ਲਿਖਦੇ ਨੇ ਕਿ ਉਸਨੇ ਜਿਹੜੇ ਸਾਲ ਗ੍ਰਾਮ ਨੇ, ਜਿਹੜੀਆਂ ਪੱਥਰਾਂ ਦੀਆਂ ਮੂਰਤਾਂ ਨੇ, ਉਹਨਾਂ ਨੂੰ ਅੱਗੇ ਰੱਖਿਆ ਹੋਇਆ ਤੇ ਬਾਰ-ਬਾਰ ਬਹੁਤ ਤਰ੍ਹਾਂ ਦੇ ਨਾਲ ਪ੍ਰਣਾਮ ਕਰ ਰਿਹਾ ਹੈ, ਉਹਨਾਂ ਨੂੰ ਨਮਸਕਾਰ ਕਰੀ ਜਾ ਰਿਹਾ। ਕਸ ਚੰਦਨ ਕੋ ਚਰਚਾਨਾ, ਇੱਕ ਘੰਟਾ ਧਰਿਓ ਮਹਾਨਾ। ਚੰਦਨ ਨੂੰ ਘਸਾ ਕੇ ਉਹਨਾਂ ਮੂਰਤਾਂ ਦੇ ਉੱਤੇ ਉਸ ਦਾ ਛਿੜਕਾਅ ਕਰ ਰਿਹਾ ਹੈ। ਇਸ ਤੋਂ ਇਲਾਵਾ ਵੱਡਾ ਸਾਰਾ ਇੱਕ ਘੰਟਾ ਉਸਨੇ ਆਪਣੇ ਲਾਗੇ ਰੱਖਿਆ। ਪਾਟੰਬਰ ਉਪਰ ਪੀਤਾ,
ਦਿਜ ਬੈਠਿਓ ਥਿਤ ਨਹੀਂ ਚੀਤਾ। ਇਸ ਤੋਂ ਇਲਾਵਾ ਪੰਡਤ ਨੇ ਪੀਲੇ ਜਿਹੜੇ ਕੱਪੜੇ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ ਨੇ। ਕਵੀ ਜੀ ਲਿਖਦੇ ਨੇ ਦਿਜ ਬੈਠਿਓ ਥਿਤ ਨਹੀਂ ਚੀਤਾ। ਪੰਡਤ ਬੈਠਾ ਤੇ ਹੋਇਆ ਹੈ ਠਾਕਰਾਂ ਦੀ ਪੂਜਾ ਕਰਨ ਦੇ ਵਾਸਤੇ, ਪਰ ਮਨ ਉਹਦਾ ਬਿਲਕੁਲ ਵੀ ਟਿਕਾ ਦੇ ਵਿੱਚ ਨਹੀਂ ਹੈ। ਮਨ ਤੇ ਇੱਧਰ ਉੱਧਰ ਦੌੜਿਆ ਫਿਰਦਾ। ਕਰ ਕਾਰਜ ਚਿਤਵੈ ਅਨੇਕਾ ਔਰ ਤ੍ਰਿਸ਼ਨਾ ਧਨ ਕੀ ਏਕਾ। ਜਿਹੜਾ ਉਹਦਾ ਮਨ ਹੈ ਉਹ ਤੇ ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਲੱਗਾ ਹੋਇਆ। ਮਨ ਦੇ ਵਿੱਚ ਧਨ ਦੀ ਤ੍ਰਿਸ਼ਨਾ ਹੈ, ਇੱਕ ਧਨ ਦੀ ਹੀ ਤ੍ਰਿਸ਼ਨਾ ਨੂੰ ਧਾਰਨ ਕਰਕੇ ਬੈਠਾ ਹੋਇਆ। ਬੜ ਰਚਿਓ ਪਖੰਡ ਮਜਾਰੀ ਬਕ ਧਿਆਨ ਲਗਾਵਤ ਤਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਵੱਡੇ ਪਖੰਡ ਨੂੰ ਧਾਰਨ ਕਰਕੇ ਪੰਡਤ ਬੈਠਾ ਹੋਇਆ, ਮਾਨੋ ਕਿ ਧਿਆਨ ਤੇ ਲਾਇਆ ਹੈ, ਪਰ ਧਿਆਨ ਇਸ ਤਰ੍ਹਾਂ ਦਾ ਧਿਆਨ ਹੈ ਕਿ ਜਿਵੇਂ ਬਗਲੇ ਦੀ ਸਮਾਧੀ ਹੋਵੇ। ਬਗਲੇ ਦੀ ਸਮਾਧੀ ਕੋਈ ਸਾਧੂ ਪੁਣੇ ਦੇ ਵਾਸਤੇ ਨਹੀਂ ਹੁੰਦੀ। ਬਗਲਾ ਇਸ ਕਰਕੇ ਇੱਕ ਜਗ੍ਹਾ ਦੇ ਉੱਤੇ ਸਮਾਧੀ ਵਰਗਾ ਹੋ ਕੇ ਬਹਿ ਜਾਂਦਾ ਹੈ ਤਾਂ ਕਿ ਜਿਹੜੀਆਂ ਮੱਛੀਆਂ ਡੱਡੀਆਂ ਨੇ ਲਾਗੇ ਆ ਜਾਣ, ਇੱਕਦਮ ਝਪਟ ਕੇ ਉਹਨਾਂ ਨੂੰ ਖਾ ਲੈਂਦਾ ਹੈ। ਇਸ ਕਰਕੇ ਜਿਹੜੀ ਝੂਠੀ ਸਮਾਧੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਬਗਲੇ ਦੀ ਸਮਾਧੀ। ਇਸ ਤਰ੍ਹਾਂ ਦੀ ਸਮਾਧੀ ਲਾ ਕੇ ਉਹ ਪੰਡਤ ਪੂਜਾ ਕਰਨ ਦੇ ਵਾਸਤੇ ਬੈਠਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਖੰਡੀ ਨੂੰ ਦੇਖਿਆ। ਇੱਕ ਦਿਨ ਪਰਕਰਮਾ ਗੁਰੂ ਕਰ ਰਹੇ, ਬੈਠਾ ਬ੍ਰਾਹਮਣ ਮਕਰ ਫੈਲਾਏ ਅੱਗੇ, ਮੱਥੇ ਲਾਏ ਟਿਕੇ ਧੋਤੀ ਤੇੜ ਬੱਧੀ, ਕਈ ਮੂਰਤਾਂ ਤਾਈ ਟਿਕਾਏ ਅੱਗੇ। ਵਾਂਗ ਬਗਲੇ ਲਾਈ ਸਮਾਦ ਬੈਠਾ, ਵਾਂਗ ਬਗਲੇ ਲਾਈ ਸਮਾਦ ਬੈਠਾ, 5-7 ਠਾਕਰ ਜੀ ਰਖਾਏ ਅੱਗੇ। ਗੁਰੂ ਹੱਸ ਪੈ ਵੇਖ ਕਰਤਾਰ ਸਿੰਘਾ, ਪੁੱਛ ਕਰਦੇ ਕਦਮ ਵਧਾਏ ਅੱਗੇ। ਇਸ ਤਰ੍ਹਾਂ ਦੀ ਉਸ ਪੰਡਤ ਦੀ ਸਮਾਧੀ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ। ਤੇ ਪਿੱਖ ਗੋਲ ਗਏ ਆਗਾਰੀ, ਦੇਜੀ ਔਰ ਮੈਂ ਤਬ ਰਿਸ ਤਾਰੀ। ਸਤਿਗੁਰੂ ਜੀ ਲਾਗੋਂ ਵੇਖ ਕੇ ਉਸ ਨੂੰ ਲੰਘ ਗਏ, ਉਸ ਨੂੰ ਕੁਝ ਵੀ ਨਾ ਆਖਿਆ। ਤੇ ਪੰਡਤ ਨੇ ਜਦੋਂ ਦੇਖਿਆ ਕਿ ਇਸੇ ਤਰੀਕੇ ਦੇ ਨਾਲ ਬਗੈਰ ਮੈਨੂੰ ਨਮਸਕਾਰ ਕਰਨ ਦੇ ਲੰਘ ਗਏ ਨੇ, ਤੇ ਮਨ ਦੇ ਵਿੱਚ ਪੰਡਤ ਦੇ ਬੜਾ ਗੁੱਸਾ ਆਇਆ ਤੇ ਮਨ ਦੇ ਵਿੱਚ ਵਿਚਾਰਨ ਲੱਗਾ। ਨਹੀਂ ਠਾਕਰ ਦਿਸ਼ ਕਰ ਬੰਦੇ, ਨਹੀਂ ਮੋਹੇ ਨਿਮਕੀਨ ਆਨੰਦੇ। ਪੰਡਤ ਮਨ ਦੇ ਵਿੱਚ ਸੋਚਦਾ ਹੈ ਕਿ ਇਹਨਾਂ ਨੇ ਨਾ ਤੇ ਠਾਕਰਾਂ ਨੂੰ ਝੁਕ ਕੇ ਨਮਸਕਾਰ ਕੀਤੀ ਹੈ, ਇਸ ਤੋਂ ਇਲਾਵਾ ਮੈਨੂੰ ਵੀ ਨਮਸਕਾਰ ਇਹਨਾਂ ਨੇ ਨਹੀਂ ਕੀਤੀ। ਹੋਏ ਨਿਕਟ ਗਏ ਪੁਣੇ ਆਗੇ, ਤਿਮ ਸਿੱਖ ਸਕਲ ਸੰਗ ਲਾਗੇ। ਪੰਡਤ ਸੋਚਦਾ ਹੈ ਪਹਿਲਾਂ ਤੇ ਮੇਰੇ ਬਹੁਤ ਜ਼ਿਆਦਾ ਲਾਗੇ ਆਏ ਨੇ ਤੇ ਲਾਗੇ ਆਣ ਕੇ ਵੀ ਫੇਰ ਅੱਗੇ ਮੁੜ ਗਏ ਨੇ। ਜਿਵੇਂ ਇਹਨਾਂ ਨੇ ਕੀਤਾ ਹੈ ਇਸੇ ਤਰ੍ਹਾਂ ਇਹਨਾਂ ਦੇ ਸਿੱਖਾਂ ਨੇ ਵੀ ਕੀਤਾ ਹੈ। ਮੇਰਾ ਤੇ ਠਾਕਰਾਂ ਦਾ ਕੋਈ ਵੀ ਸਨਮਾਨ ਨਹੀਂ ਕੀਤਾ। ਸਨਮਾਨ ਨਾ ਰਾਖਿਓ ਮੋਰਾ, ਨਹੀਂ ਦੇਖਿਓ ਠਾਕੁਰ ਓਰਾ। ਸੋਚਦਾ ਹੈ ਕਿ ਨਾ ਮੇਰਾ ਸਨਮਾਨ ਕੀਤਾ ਹੈ ਤੇ ਨਾ ਠਾਕੁਰਾਂ ਦਾ ਸਨਮਾਨ ਕੀਤਾ ਹੈ। ਠਾਕਰਾਂ ਦੇ ਵੱਲ ਵੀ ਇਹਨਾਂ ਨੇ ਦੇਖਿਆ ਤੱਕ ਨਹੀਂ। ਇਮ ਚਿਤਵਤ ਬਿਪਰ ਬਿਸਾਲਾ, ਤਪਿਓਰ ਸਮਤ ਸਰ ਜਵਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਸੋਚਾਂ ਪੰਡਤ ਬੈਠਾ ਸੋਚ ਰਿਹਾ ਸੀ ਤੇ ਮਨ ਦੇ ਵਿੱਚ ਈਰਖਾ ਦੀ ਬਹੁਤ ਵੱਡੀ ਅੱਗ ਬਲ ਰਹੀ ਸੀ। ਪਰ ਕਰਮਾ ਕਰ ਗੁਰ ਸੁਆਮੀ, ਦੇਜੀ ਔਰ ਲਖ ਅੰਤਰ ਜਾਮੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਸੁਆਮੀ ਨੇ ਉਹ ਮਾਨੋ ਕਿ ਸਰੋਵਰ ਦੀਆਂ ਪਰਿਕਰਮਾ ਕਰ ਰਹੇ ਸਨ, ਪਰ ਪੰਡਤ ਨੇ ਜੋ ਕੁਝ ਆਪਣੇ ਮਨ ਦੇ ਵਿੱਚ ਸੋਚਿਆ ਹੈ ਉਹਨੂੰ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਕਿਸ ਤਰ੍ਹਾਂ ਦੀਆਂ ਵਿਚਾਰਾਂ ਇਹਦੇ ਮਨ ਦੇ ਵਿੱਚ ਪੈਦਾ ਹੋਈਆਂ। ਫਿਰ ਸਰਵਰ ਕੇ ਚਾਹੂੰ ਔਰਾ, ਪੁਨੇ ਆਏ ਦਰਸ਼ਨੀ ਪੌਰਾ। ਸਰੋਵਰ ਦੀਆਂ ਪਰਿਕਰਮਾ ਚਾਰੇ ਪਾਸੇ ਕਰਕੇ ਫੇਰ ਦਰਸ਼ਨੀ ਦਰਵਾਜ਼ੇ ਦੇ ਕੋਲ ਪਹੁੰਚ ਗਏ। ਕਰ ਬੰਧਨ ਬਹੁਰੋ ਆਏ,
जह दिज ने दंभ रचाए। नमस्कार करके फिर सतगुरु सच्चे पातशाह जी उस पंडित दे कोल पहुंच गए ने जिस पंडित ने मानो के वड्डा पखंड बनाया होया। सब सिख दास समुदाया अब लोक्यों विपर समाया। सारे सिखा ने दासा ने सारिया ने उस पंडित नूं देखिया कि जेड़ा मानो माया दे सहित बैठा होया। गिन तिलक सो द्वादश लाए बिच गौमुख हाथ उठाए। उस पंडित ने अपने शरीर दे उत्ते 12 ਜਿਹੜੇ ਤਿਲਕ ਨੇ ਨਾ ਉਹ ਲਾਏ ਹੋਏ ਨੇ। 12 ਅੰਗਾਂ ਦੇ ਉੱਤੇ 12 ਨਾਮ ਲੈ ਕੇ 12 ਵਾਰ ਤਿਲਕ ਵੈਸ਼ਨਵ ਲਾਉਂਦੇ ਨੇ। ਇਸ ਤਰ੍ਹਾਂ ਦੇ ਤਿਲਕ ਉਸ ਨੇ 12 ਲਾਏ ਹੋਏ ਸਨ। ਵਿੱਚ ਗੋਮੁਖ ਹਾਥ ਉਠਾਏ। ਇਸ ਤੋਂ ਇਲਾਵਾ ਜਿਹੜੀ ਗੌਮੁਖੀ ਹੈ ਉਸ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਸੀ। बाडे आसन तरे डसायो जुत संख समाज टिकायो। एक बहुत वड्डा आसन अपने थल्ले विछाया होया सी, उस ते पंडित बैठा सी। इस तो इलावा होर जिहड़ी साजो समग्री है ठाकरां दी पूजा दे वास्ते ਉਹ भी रखी हुई सी ते संख भी टिकाया सी। गुर बोले पिख ते सियोरी कहो विपर कहां मत तोरी। उस पखंडी पंडित नूं देख के सतगुरु सच्चे पातशाह जी कहंदे ने, हे पंडित जी दसो तुहाडी किस तरह दी मत है। क्या कलपत मन में आई कि मरिस की दशा बसाई। सतगुरु सच्चे पातशाह जी कहंदे ने, पंडित जी अपने मन दे विच तुसी किस तरह दी सोच सोची है, किस तरह का विचार पैदा किया है, किस तरह की कल्पना की है साडे वास्ते। किम रिस की दशा बसाई, साडे उत्ते मन ही मन दे विच तुसीं क्यों गुस्सा कढ रहे हो। इस तरह सतगुरु सच्चे पातशाह जी ने उस वेले पंडित नूं आख्या। यह मूरतां कादियां रखियां ने कौन इष्ट ते किनू मनाओ। तुसी इस चौकी दे विच की रखिया है जरा चुक रमाल दिखाओ। तुसी कहंदा ब्राह्मण साल ग्राम ने, कहंदा ब्राह्मण साल ग्राम ने सीस ठाकरां ताई चुकाओ। तुसी वर्ण छतरी नाले गृहस्थी हो ना मर्यादा दे ताई तुड़ाओ। तुसी रखो अदब हमेश ब्राह्मणा दा, रखो अदब हमेश ब्राह्मणा दा कुछ पूजा भेट करवाओ। तुसी गुरु आख दे हस करतार सिंगा एवें मानुख जन्म गवाओ। तुसी पंडित नूं सतगुरां ने आख्या ਇਹ ਕਾਹਦੀਆਂ ਮੂਰਤੀਆਂ ਰੱਖੀਆਂ ਨੇ, ਇਸ ਡੱਬੇ ਦੇ ਵਿੱਚ ਚੌਂਕੀ ਦੇ ਥੱਲੇ ਕੀ ਰੱਖਿਆ ਹੈ, ਜਰਾ ਰੁਮਾਲ ਚੁੱਕ ਕੇ ਦਿਖਾਓ। ਉਹ ਕਹਿੰਦਾ ਹੈ ਪੰਡਤ ਕੇ ਸਾਲ ਗ੍ਰਾਮ ਰੱਖੇ ਨੇ, ਇਹ ਠਾਕਰਾਂ ਦੀਆਂ ਮੂਰਤਾਂ ਨੇ ਔਰ ਤੁਸੀਂ ਛਤਰੀ ਹੋ, ਮੈਂ ਪੰਡਤ ਹਾਂ, ਇਸ ਕਰਕੇ ਮੈਨੂੰ ਵੀ ਨਮਸਕਾਰ ਕਰੋ। ਔਰ ਇਸ ਤੋਂ ਇਲਾਵਾ ਇਹ ਜਿਹੜੀਆਂ ਮੂਰਤੀਆਂ ਨੇ ਪ੍ਰਭੂ ਦੀਆਂ ਠਾਕਰ ਦੀਆਂ, ਇਹਨਾਂ ਦੇ ਅੱਗੇ ਵੀ ਸਿਰ ਨੂੰ ਝੁਕਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਡਤ ਜੀ ਤੁਸੀਂ ਅਸਲ ਦੇ ਰਾਹ ਦੇ ਉੱਤੋਂ ਬਿਲਕੁਲ ਅਣਜਾਣ। सुन विपर भणियो अभिमानी हम ठाकर सेवा ठाने। जदों सतगुरु सच्चे पातशाह जी ने इस तरह की गल की ते अभिमानी हंकारी जिहड़ा पंडित सी वो बोलिया, कहंदा हम ठाकर सेवा ठाने। देख नहीं रहे कि असीं ठाकरां दी सेवा कर रहे हैं। पुन दिज बर जन्म हमारा तिम छतरी बंस तुम्हारा। कहता है कि मेरा जन्म है पंडित दा और तुहाडा जन्म है छत्रियां दे घर दा। मैं पंडित हां और तुसी छत्री हो। चल गए समीप अगारे नहीं हमको बंधन तारे। कहता है कि तुसी वेख के जान बुझ के इत्थे लागे आन के भी अगे चले गए, इस पासे वेख के बिल्कुल भी नमस्कार ना कीती। नहीं साल ग्राम सुमाना परिणाम न निव कर ठाना। साल ग्राम दी भी ठाकरां दी भी तुसी रता कोई परवाह नहीं कीती, प्रणाम नहीं कीता,
न्यो के नमस्कार नहीं कीती। कहता है गुर गादी पर तुम बैसे अभिमान पायो मन तैसे। पंडित सतगुरु अर्जन देव सच्चे पातशाह जी नूं कहंदा है कि दुनिया तुहानू मनदी है, तुसीं गुरियाई गद्दी दे उत्ते बैठे होए हो, इस करके तुहाडे मन दे विच बहुत वड्डा जिहड़ा अभिमान है, जिहड़ा हंकार है वो भरिया होया है, इसे करके तुसीं इस तरह करदे हो। उस वेले पंडित ने इस तरह आख्या। गुस्से नाल ब्राह्मण लाल होया कहंदा चंगियां रीतां तुसीं चलांदे हो, आप छतरी नाले गृहस्थी हो, पैर लोकां दे पासों पुजांदे हो। वेख ठाकुरां ताई मखौल करदे, वेख ठाकुरां ताई मखौल करदे, हथ बन नहीं सिर चुकाम दे हो। गुरु आख दे असी मखौल करदे या आप ही तुसी कराम दे हो। सतगुरु जी कहते ने असी मखौल करदे हां कि जान बुझ के ऐसा पखंड करके तुसी मखौल करवाउंदे हो। उस सर्ब व्यापक राम ताई एक पत्थर कर ठहराम दे हो। पेट वास्ते कर पखंड सारे, माया कार ने जाल फैलाम दे हो। बेड़ी पत्थर दी उत्ते पैर धर के, बेड़ी पत्थर दी उत्ते पैर धर के, आप डुबे ते लोक डुबाम दे हो। सच्चे ठाकुरां दी पाई ना सार तुसी, मथे पत्थरां अगे कसाम दे हो। ए उस्तति नहीं सगों निंदया है, ए उस्तति नहीं सगों निंदया है, राजा ताई गुलाम बनाम दे हो। ठाकुर मिलया नहीं करतार सिंगा, भुले भटके पे चोटा खाम दे हो। सतगुरु सच्चे पातशाह जी कहते ने असी निंदया नहीं करदे, असी मखौल नहीं करदे। हे पंडित तुसी अपने आप ही मखौल करवाउंदे हो, क्योंकि जिहड़ा सर्व व्यापक राम है जो परमेश्वर है ओनू तुसी एक पत्थर दे विच कल्प रखिया है कि पत्थर दे विच भगवान है। कहंदे ने कि बेड़ी पत्थर दे उत्ते तुसी पैर रखिया होया ते दसो कि पानी तो किस तरह तर सकोगे। असल जिहड़ा ठाकर है वो तुहानू नहीं मिलिया, इस करके मानो कि तुसी भुल्ले भटके फिरदे हो। इस तरह सतगुरां ने जवाब दिता। सुन बोले गुरु प्रवीण, शुभ कर्मन ते तुम हीन। सतगुरु अर्जन देव सच्चे पातशाह जी उस पंडित नू कहंदे ने कि हे पंडित जी चंगे कर्मां तो तुसी बिल्कुल विहूणे हो, खाली हो। कर दंभ दिखावा सारो, नहीं समझे सार या सारो। सतगुरु अर्जन देव सच्चे पातशाह जी कहंदे ने पंडित जी दंभ दा पखंड दा पसारिया होया है, उस नू करके सारियां नू दिखाउंदे हो। नहीं समझे सार असारो, सार की है असार की है, सत की है असत की है, झूठ की है सच की है, ये तुहानू रता भी नहीं पता। कर कारज कूर पसारा, मन तहां फसाए जंजारा। सतगुरु अर्जन देव सच्चे पातशाह जी कहंदे ने कि घर दे जिहड़े काम ने उन्हां दा कूड़ा पसारा है, और उस कूड़े पसारे दे विच तुहाडा मन पंडित जी जुड़िया होया है ते तुहाडी ये सेवा की लेखे लगेगी। ये ठाकर सेवा साची तज दई ना मत मैं राजी। कहंदे ने मैं मनदा हां कि ठाकरां दी सेवा सच्ची है, परमेश्वर दी पूजा सच्ची है, पर कहंदे ने तज दई ना मत मैं राजी। पर तुसी इस नू ते छड्ड दिता है, ठाकरां दी सेवा दे विच तुहाडा मन नहीं लगा, तुहाडा मन ते किसी होर ही गल दे विच रचिया होया। मन होत जे ठाकुर माही, हम करत नमो लख ताही। सतगुरु अर्जन देव सच्चे पातशाह जी पंडित नू कहंदे ने कि पंडित जी तुसी इस गल दा गुस्सा कीता है कि मैं ते ठाकरां दी पूजा कर रहा सा पर मैनू नमस्कार नहीं कीती। सतगुरु सच्चे पातशाह जी कहंदे ने पंडित जी जेकर वाकया ही तुसी परमेश्वर दी पूजा दे विच लगे हुंदे, पूजा कर रहे हुंदे ते असीं जरूर ही तुहानू नमस्कार करदे, पर नमस्कार करदे तां जे जुड़े हुंदे।
ਤੁਸੀਂ ਇਤਿਹਾਸ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਮੁੱਲਾ ਮੁਲਾਣਿਆਂ ਨੇ ਆਖਿਆ ਕਿ ਤੁਸੀਂ ਸਮਝਦੇ ਹੋ ਕਿ ਖੁਦਾ ਵੀ ਉਹੀ ਹੈ, ਪਰਮੇਸ਼ਰ ਵੀ ਉਹੀ ਹੈ, ਰੱਬ ਵੀ ਉਹੀ ਹੈ, ਸਾਰਾ ਕੁਝ ਇੱਕੋ ਆ। ਤੇ ਕਾਜ਼ੀਆਂ ਨੇ ਆਖਿਆ ਫਿਰ ਚੱਲੋ ਸਾਡੇ ਨਾਲ ਜਾ ਕੇ ਨਮਾਜ਼ ਅਦਾ ਕਰੋ ਮਸਜਿਦ ਦੇ ਵਿੱਚ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਹਰਜ ਨਹੀਂ। ਕਹਿੰਦੇ ਨੇ ਮੈਂ ਨਮਾਜ਼ ਤੁਹਾਡੇ ਨਾਲ ਅਦਾ ਕਰਾਂਗਾ, ਜ਼ਰੂਰ ਪੜਾਂਗਾ, ਪਰ ਕਹਿੰਦੇ ਨੇ ਮੇਰੀ ਇੱਕ ਸ਼ਰਤ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਮੁੱਲਾ ਨੂੰ ਤੇ ਕਾਜ਼ੀ ਨੂੰ, ਕਹਿੰਦੇ ਨੇ ਜੇਕਰ ਤੁਸੀਂ ਦੋਵੇਂ ਨਮਾਜ਼ ਅਦਾ ਕਰੋਗੇ ਤੇ ਮੈਂ ਜ਼ਰੂਰ ਅਦਾ ਕਰਾਂਗਾ, ਪਰ ਜੇ ਤੁਸੀਂ ਨਾ ਕੀਤੀ ਤੇ ਫੇਰ ਨਹੀਂ ਅਦਾ ਕਰਨੀ। ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਰਿਹਾ ਕਰਦੇ ਸਨ। ਮੋਦੀ ਖਾਨੇ ਦਾ ਜਿਹੜਾ ਪ੍ਰਸੰਗ ਹੈ ਉੱਥੋਂ ਦੀ ਇਹ ਕਥਾ ਹੈ। ਸਾਰੇ ਚੱਲ ਪਏ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਚੱਲ ਪਏ। ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ। ਕਿਸੇ ਨੇ ਆਣ ਕੇ ਸਤਿਗੁਰਾਂ ਦੀ ਭੈਣ ਜੀ ਨੂੰ ਖਬਰ ਦਿੱਤੀ, ਨਾਨਕੀ ਜੀ ਨੂੰ, ਨਾਨਕ ਤੇ ਮੁਸਲਮਾਨ ਹੋਣ ਜਾ ਰਿਹਾ ਹੈ, ਉਹ ਤੇ ਨਮਾਜ਼ ਅਦਾ ਕਰਨ ਦੇ ਵਾਸਤੇ ਜਾਵੇਗਾ। ਸਾਰਾ ਪਿੰਡ ਇਕੱਠਾ ਹੋ ਗਿਆ ਕਿ ਅੱਜ ਹਿੰਦੂ ਜਿਹਨੂੰ ਲੋਕ ਮੰਨਦੇ ਨੇ ਉਹ ਨਮਾਜ਼ ਅਦਾ ਕਰੇਗਾ, ਉਹ ਮੁਸਲਮਾਨ ਹੋ ਜਾਏਗਾ। ਜਦੋਂ ਪਹੁੰਚੇ ਮਸਜਿਦ ਦੇ ਵਿੱਚ ਤੇ ਮੁੱਲਾ ਤੇ ਜਿਹੜਾ ਕਾਜ਼ੀ ਸੀ ਉਹਨਾਂ ਦੋਵਾਂ ਨੇ ਆਪਣਾ ਆਸਣ ਲਾਇਆ ਤੇ ਬੈਠ ਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੰਧ ਦੇ ਲਾਗੇ ਖੜੇ ਰਹੇ। ਸਾਰੀ ਨਮਾਜ਼ ਉਹਨਾਂ ਨੇ ਪੜ੍ਹ ਲਈ। ਜਦੋਂ ਨਮਸਕਾਰ ਕੀਤੀ, ਝੁਕਾ ਕੀਤਾ, ਸਮਾਪਤੀ ਆਪਣੀ ਜਦੋਂ ਕੀਤੀ ਤੇ ਉਹਨਾਂ ਨੇ ਫਿਰ ਸਵਾਲ ਕੀਤਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ। ਕਹਿੰਦੇ ਨੇ ਕਿ ਤੁਸੀਂ ਤੇ ਕਹਿੰਦੇ ਸੀ ਕਿ ਜੇਕਰ ਅਸੀਂ ਨਮਾਜ਼ ਪੜਾਂਗੇ ਤੇ ਤੁਸੀਂ ਸਾਡੇ ਨਾਲ ਨਮਾਜ਼ ਪੜੋਗੇ। ਅਸੀਂ ਤੇ ਨਮਾਜ਼ ਪੜ੍ਹੀ ਖੁਦਾ ਦੀ, ਪਰ ਤੁਸੀਂ ਨਮਾਜ਼ ਅਦਾ ਨਹੀਂ ਕੀਤੀ। ਤੁਸੀਂ ਤੇ ਇੱਥੇ ਖੜੇ ਰਹੇ, ਤੁਸੀਂ ਤੇ ਆਪਣੇ ਬਚਨ ਤੋਂ ਝੂਠੇ ਹੋ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਆਖੀ ਸੀ ਕਿ ਨਮਾਜ਼ ਤਾਂ ਪੜਾਂਗਾ ਜੇ ਤੁਸੀਂ ਪੜੋਗੇ। ਕਹਿੰਦੇ ਨੇ ਤੁਸੀਂ ਨਮਾਜ਼ ਨਹੀਂ ਪੜ੍ਹੀ ਤੇ ਫਿਰ ਮੈਂ ਕਿਵੇਂ ਪੜਦਾ? ਮੈਂ ਇਹ ਇਕੱਲੇ ਨੇ ਨਹੀਂ ਸੀ ਪੜ੍ਹਨੀ, ਇਹ ਮੈਂ ਗੱਲ ਪਹਿਲਾਂ ਹੀ ਕੀਤੀ ਸੀ। ਉਸ ਵੇਲੇ ਮੁੱਲਾ ਕਹਿੰਦਾ ਜੀ ਅਸੀਂ ਤੇ ਨਮਾਜ਼ ਸਾਰਿਆਂ ਦੇ ਵੇਖਦਿਆਂ ਕੀਤੀ ਹੈ, ਕਿਉਂ ਨਹੀਂ ਪੜ੍ਹੀ? ਸਾਰਿਆਂ ਨੇ ਵੇਖਿਆ। ਤੇ ਫਿਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਨੂੰ ਆਖਿਆ ਸੀ, ਕਹਿੰਦੇ ਨੇ ਤੂੰ ਕਿੱਥੋਂ ਨਮਾਜ਼ ਪੜ੍ਹਨੀ? ਤੂੰ ਤੇ ਆਪਣੇ ਘਰ ਗਿਆ ਹੋਇਆ ਸੀ, ਤੇਰੀ ਘੋੜੀ ਸੂਣ ਵਾਲੀ ਹੈ। ਤੇਰਾ ਮਨ ਉੱਥੇ ਗਿਆ ਹੋਇਆ ਸੀ ਕਿ ਜੇ ਘੋੜੀ ਸੂ ਪਈ ਤੇ ਵਛੇਰਾ ਛੋਟਾ ਹੈ, ਲਾਗੇ ਇੱਕ ਵੱਡਾ ਸਾਰਾ ਟੋਆ ਹੈ, ਕਿਤੇ ਇਹ ਨਾ ਹੋਵੇ ਕਿ ਵਛੇਰਾ ਜਾਂ ਵਛੇਰੀ ਉਸ ਟੋਏ ਦੇ ਵਿੱਚ ਡਿੱਗ ਕੇ ਮਰ ਜਾਵੇ। ਜਿੰਨਾ ਚਿਰ ਨਮਾਜ਼ ਪੜ੍ਹਦਾ ਰਿਹਾ ਤੇਰਾ ਤੇ ਧਿਆਨ ਉੱਥੇ ਹੀ ਗਿਆ ਰਿਹਾ। ਕੋਈ ਜਵਾਬ ਨਹੀਂ ਸੀ, ਝੂਠਾ ਸੀ। ਉਸ ਵੇਲੇ ਸਤਿਗੁਰਾਂ ਦੇ ਚਰਨਾਂ ਤੇ ਡਿੱਗਿਆ ਤੇ ਜਿਹੜਾ ਦੂਜਾ ਕਾਜ਼ੀ ਸੀ ਉਹ ਕਹਿੰਦਾ ਜੀ ਚਲੋ ਇਹ ਤੇ ਘਰ ਗਿਆ ਹੋਇਆ ਸੀ, ਮੈਂ ਤੇ ਇੱਥੇ ਹੀ ਸੀ, ਮੇਰੇ ਨਾਲ ਨਮਾਜ਼ ਅਦਾ ਕਰਨੀ ਸੀ। ਕਹਿਣ ਲੱਗੇ ਕਾਜ਼ੀ ਸਾਹਿਬ ਤੁਸੀਂ ਵੀ ਇੱਥੇ ਨਹੀਂ ਸੀ। ਕਹਿੰਦੇ ਨੇ ਤੁਸੀਂ ਤੇ ਇਦੋਂ ਵੀ ਬੜਾ ਦੂਰ ਗਏ ਸੀ, ਤੂੰ ਤੇ ਕਾਬਲ ਦੇ ਵਿੱਚ ਪਹੁੰਚਿਆ ਹੋਇਆ ਸੀ, ਵੱਡੇ ਵੱਡੇ ਘੋੜਿਆਂ ਸੋਹਣਿਆਂ ਨੂੰ ਖਰੀਦ ਰਿਹਾ ਸੀ ਤੇ ਤੇਰੇ ਨਾਲ ਮੈਂ ਕਿੱਥੇ ਉੱਥੇ ਕਾਬਲ ਦੇ ਵਿੱਚ ਜਾਂਦਾ, ਤੂੰ ਵੀ ਇੱਥੇ ਨਹੀਂ ਸੀ। ਇਸ ਤਰੀਕੇ ਦੇ ਨਾਲ ਦੋਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਦੋਵੇਂ ਇੱਥੇ ਨਹੀਂ ਸੀ। ਜੇ ਇੱਥੇ ਨਹੀਂ ਸੀ ਤੇ ਨਮਾਜ਼ ਕਾਹਦੀ ਹੈ? ਜੇ ਤੁਸੀਂ ਨਮਾਜ਼ ਨਹੀਂ ਪੜ੍ਹੀ ਤੇ ਮੈਂ ਕਾਹਦੀ ਨਮਾਜ਼ ਪੜ੍ਹਨੀ ਹੈ? ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਡਤ ਜੀ ਜੇ ਤੁਸੀਂ ਪਰਮੇਸ਼ਰ ਦੀ ਸੇਵਾ ਦੇ ਵਿੱਚ ਜੁੜੇ ਹੁੰਦੇ ਤੇ ਫਿਰ ਮੈਂ ਜ਼ਰੂਰ ਨਮਸਕਾਰ ਕਰਦਾ, ਪਰ ਪੰਡਤ ਜੀ ਮੈਂ ਵੇਖਿਆ ਤੁਸੀਂ ਇੱਥੇ ਮੌਜੂਦ ਹੀ ਨਹੀਂ ਸੀ, ਤੁਸੀਂ ਇੱਥੇ ਹੈ ਹੀ ਨਹੀਂ ਸੀ ਤੇ ਮੈਂ ਕਿਹਨੂੰ ਨਮਸਕਾਰ ਕਰਨੀ ਸੀ? ਇਸ ਤਰ੍ਹਾਂ ਸਤਿਗੁਰਾਂ ਨੇ ਜਵਾਬ ਦਿੱਤਾ। ਸਭ ਸੁਣ ਪਖੰਡ ਬੇਸਾਲ ਹਮ ਚਲੇ ਗਏ ਤਿਸ ਕਾਲਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਕਹਿੰਦੇ ਨੇ ਪੰਡਤ ਜੀ ਅਸੀਂ ਤੁਹਾਡਾ ਪਖੰਡ ਵੇਖਿਆ ਤੇ ਪਖੰਡ ਨੂੰ ਦੇਖ ਕੇ ਅਸੀਂ ਅੱਗੇ ਚਲੇ ਗਏ। ਸੁਣ ਦਿਜ ਨੇ ਮਨ ਮੇ ਜਾਨੀ ਗੁਰੂ ਪੂਰਨ ਅਜ਼ਮਤਵਾਨੀ। ਇੱਕ ਹੀ ਤੀਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਕੇ ਘਾਇਲ ਕਰ ਦਿੱਤਾ, ਉਸ ਦੇ ਮਨ ਨੂੰ ਵਿੰਨ ਦਿੱਤਾ। ਤੇ ਸੁਣ ਕੇ ਪੰਡਤ ਨੇ ਮਨ ਦੇ ਵਿੱਚ ਸਮਝ ਲਿਆ ਕਿ ਇਹ ਗੁਰੂ ਪੂਰਨ ਨੇ ਔਰ ਕਲਾਵਾਨ ਨੇ, ਅਜ਼ਮਤ ਵਾਲੇ ਨੇ। ਸਭ ਅੰਤਰ ਕੀ ਲਖ ਲੀਨੀ ਅਭਿਬੰਧਨ ਤੋ ਨਹੀਂ ਕੀਨੀ। ਪੰਡਤ ਨੇ ਮਨ ਦੇ ਨਾਲ ਵਿਚਾਰ ਕੀਤੀ ਹੈ ਕਿ ਵਾਕਿਆ ਹੀ ਇਹਨਾਂ ਨੇ ਮੇਰੇ ਅੰਦਰ ਦੀ ਗਤੀ ਨੂੰ ਬੁੱਝਿਆ ਹੈ, ਤਾਂ ਹੀ ਮੈਨੂੰ ਨਮਸਕਾਰ ਨਹੀਂ ਕੀਤੀ। ਇਹ ਕਲਾਵਾਨ ਗੁਰੂ ਨੇ। ਇਹ ਕਰੈ ਮੋਹ ਕਲਿਆਣਾ ਸਿੱਖ ਬਣੋ ਗੁਰੂ ਅਗਵਾਨਾ। ਮਨ ਦੇ ਵਿੱਚ ਉਸੇ ਵੇਲੇ ਪੰਡਤ ਨੇ ਇਹ ਧਾਰਨਾ ਧਾਰਨ ਕਰ ਲਈ ਹੈ ਕਿ ਇਹੀ ਮੇਰਾ ਕਲਿਆਣ ਕਰ ਸਕਦੇ ਨੇ, ਇਹਨਾਂ ਦਾ ਮੈਂ ਸਿੱਖ ਬਣਾਂਗਾ।
लख भाले ताऊ चित चाही, इन संग करो चर चाही। मन दे विच पंडित ने यह विचार ते बना लिया कि मैं इन्हां दा सिख बन जावां, पर जिहड़ा अभिमान दा कंडा सी ना वो जे बाकी रह गया सी। ओनू हुण इह अभिमान सी कि मैं ज्ञानी बड़ा हां, मैं पंडित बड़ा हां, मैं चारे वेदां दा वक्ता हां, मैनू बड़े ग्रंथ याद ने, मैनू सिमरतियां याद ने। इस तरह दा जिहड़ा ज्ञान दा हंकार सी ना वो अजे बाकी सी। मन दे विच फिर पंडित ने सोचिया कि पहला इन्हां दे नाल चर्चा करांगा ते फिर ही मैं सेवक बनांगा। पुन पीछे बनहो दासा, इम लख के बाक पर काशा। सोचदा कि पहला चर्चा करके पिछों ही इन्हां दा दास बनांगा। इस तरह दी विचार विचारन तो बाद फिर पंडित ने सतगुरां नूं सवाल कीता। कहंदा है मुझ बिखे तो अवगुण जाना, किम ठाकर को नहीं माना। पंडित कहंदा कि मैं स्वीकार करदा हां कि मेरा मन घर दे कंमां दे विच उलझिया होया सी, इस करके मैनू ते तुसीं झूठा कह दिता। मैं ते अवगुणां दे नाल भरिया होया, पर कहंदा किम ठाकर को नहीं माना। ये ठाकुर ते सच्चे ने, ये ते झूठे ने, पर तुसीं ते इन्हां नूं भी नमस्कार नहीं कीते, इन्हां दे अगे भी नहीं निवे। इस मैं क्या दोष पछाना, सुन सतगुर शब्द बखाना। पंडित ने सतगुरु अर्जन देव सच्चे पातशाह जी नूं सवाल कीता कि दसो ठाकरां दे विच की दोष है, किहड़े दोष दी तुसीं इन्हां दे विच पछाण कीती है। ग्रंथाकार भाई संतोख सिंह जी लिखदे ने, सुन सतगुर शब्द बखाना। सुन के पंडित दी गल नूं फिर सतगुरां ने एक शब्द बयान कीता, जेह बिखै दंभ को नासा, बड़ ठाकर रूप प्रकाशा। ग्रंथाकार भाई संतोख सिंह जी लिखदे ने कि सतगुरु अर्जन देव सच्चे पातशाह जी ने ਉਹ शब्द बयान किया जिस शब्द दे विच पखंड दा नाश किया गया है और ठाकुरां दा असली ठाकुरां दा जिहड़ा रूप है ना ਉਹਨੂੰ प्रकाशमान किया है, ਉਹਨੂੰ रूपमान किया है। उस वेले सतगुरु सच्चे पातशाह जी ने रामकली राग दे विच एक शब्द उचारिया, श्री मुख वाक रामकली महला पंजवां। मुख ते पढ़ता टीका सहत, हिरदय राम नहीं पूर्ण रहत। सतगुरु सच्चे पातशाह जी उपदेश दे रहे ने पंडित नूं कि मुंह तो ते पढ़दा है, सारा कुछ करदा है, पर हिरदे राम नहीं पूर्ण रहत। तेरे हिरदे दे विच, तेरी अंतर आत्मा दे विच जो राम है, जो परमेश्वर है, ओदी रहत ने वासा नहीं कीता। उपदेश करे कर लोक दृढ़ावै, अपना कहया आप ना कमावै। सतगुरु सच्चे पातशाह जी सिक्ख्या दे रहे ने कि पंडित जी दूसरिਆਂ ਨੂੰ उपदेश देंदे हो, ਲੋਕਾਂ ਨੂੰ ਇਸ ਕੰਮ ਦੇ ਵਿੱਚ ਦ੍ਰਿੜ ਕਰਦੇ ਹੋ ਕਿ ਠਾਕਰਾਂ ਦੀ ਪੂਜਾ ਕਰਨੀ ਚਾਹੀਦੀ ਹੈ, ਸੱਚੇ ਮਨ ਦੇ ਨਾਲ ਕਰਨੀ ਚਾਹੀਦੀ ਹੈ, ਬੜੇ ਤਰ੍ਹਾਂ ਦੇ ਉਪਦੇਸ਼ ਦਿੰਦੇ ਹੋ। ਆਪਣਾ ਕਹਿਆ ਆਪ ਨਾ ਕਮਾਵੋ, ਆਪ ਹੀ ਦੂਜਿਆਂ ਨੂੰ ਉਪਦੇਸ਼ ਦੇ ਕੇ ਉਸ ਉਪਦੇਸ਼ ਦੇ ਵਿੱਚ ਪੱਕਿਆਂ ਕਰਦੇ ਹੋ, ਪਰ ਜੋ ਤੁਸੀਂ ਆਪ ਕਹਿੰਦੇ ਹੋ ਉਹ ਆਪ ਕਮਾਈ ਉਸਦੀ ਨਹੀਂ ਕਰਦੇ। पंडित वेद विचार पंडित, मन का क्रोध निवार पंडित। सतगुरु सच्चे पातशाह जी कहते ने, हे पंडित जी, जिहड़ा ज्ञान पंडित है उसदी विचार करो, परमेश्वर दे सच्चे नाम दी विचार करो। मन का क्रोध निवार पंडित, अपने मन दे क्रोध नूं दूर कर दिओ, तां ही तुसीं असली पंडित कहण दे हकदार बनोगे। रहाओ आगे राखियो साल गराम, मन कीनो दह दिस बिसराम। सतगुरु सच्चे पातशाह जी कहते ने कि साल ग्राम नूं, ठाकरां नूं जरूर तुसीं अपने अगे रखिया होया, उन्हां दी तरह तरह दे नाल पूजा भी कर रहे हो, पर मन कीनो दह दिस बिसराम, पर मन तुहाडा जिहड़ा है ना ये दसे ही दिशा दे विच घुमदा फिरदा है, ये किसी एक दिशा दे विच स्थिर नहीं है। भावें कि आम तौर ते चार दिशावां मन्नियां जांदियां ने, उत्तर पूरब पश्चिम दक्षिण, पर दरअसल ग्रंथां दे अनुसार, विद्वानां दे अनुसार 10 दिशावां मन्नियां गईयां ने। एक ते दिशावां चारे असीं जाणदे हां, पर इन्हां चारां तो इलावा ज्ञानी सज्जन कहंदे ने कि इन्हां चारां दे जिहड़े कोणे बनदे ने चार, ਉਹ भी दिशावां मन्नियां ਜਾਂਦੀਆਂ ਨੇ। ਇਸ ਤੋਂ ਇਲਾਵਾ ਇੱਕ ਥੱਲੇ ਵੱਲ ਔਰ ਇੱਕ ਆਸਮਾਨ ਦੇ ਵੱਲ, ਇਹ 2 ਦਿਸ਼ਾ ਹੋਰ ਹੋ ਜਾਂਦੀਆਂ ਨੇ। ਜੇਕਰ ਸਾਰਿਆਂ ਦੀ ਗਿਣਤੀ ਕਰੀਏ ਤੇ 10 ਦਿਸ਼ਾਵਾਂ ਬਣਦੀਆਂ ਨੇ। ਇਸ ਕਰਕੇ ਗੁਰਬਾਣੀ ਦੇ ਅਨੁਸਾਰ, ਵਿਦਵਾਨਾਂ ਦੇ ਅਨੁਸਾਰ, ਗ੍ਰੰਥਾਂ ਦੇ ਕਥਨ ਦੇ ਅਨੁਸਾਰ 4 ਦਿਸ਼ਾਵਾਂ ਨਹੀਂ ਮੰਨੀਆਂ ਜਾਂਦੀਆਂ,
10 ਦਿਸ਼ਾਵਾਂ ਮੰਨੀਆਂ ਜਾਂਦੀਆਂ ਨੇ। ਇਸੇ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੁਣ 10 ਦਿਸ਼ਾਵਾਂ ਦਾ ਜ਼ਿਕਰ ਕਰਦੇ ਨੇ। ਕਹਿੰਦੇ ਨੇ ਕਿ ਮਨ ਕੀਨੋ 10 ਦਿਸ਼ ਬਿਸਰਾਮ, ਮਨ ਤੁਹਾਡਾ 10 ਹੀ ਦਿਸ਼ਾ ਦੇ ਵਿੱਚ ਭਰਮਦਾ ਫਿਰਦਾ ਹੈ, ਇੱਕ ਜਗ੍ਹਾ ਦੇ ਉੱਤੇ ਵਿਸਰਾਮ ਨਹੀਂ ਹੈ, ਇੱਕ ਜਗ੍ਹਾ ਦੇ ਉੱਤੇ ਇਹਦਾ ਟਿਕਾ ਨਹੀਂ। ਤਿਲਕ ਝਰਾਵੇਂ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਕਹਿੰਦੇ ਨੇ ਤੂੰ ਤਿਲਕ ਲਾਉਣਾ ਹੈ, ਫਿਰ ਬਾਰ-ਬਾਰ ਠਾਕੁਰਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਦਰਅਸਲ ਲੋਕ ਪਚਾਰਾ ਹੈ, ਇਹ ਲੋਕ ਵਿਖਾਵਾ ਹੈ। ਅੰਧ ਕਮਾਵੇਂ, ਝੂਠਾ ਕਰਮ ਕਰਦਾ ਹੈ ਲੋਕਾਂ ਨੂੰ ਦਿਖਾਉਣ ਦੇ ਵਾਸਤੇ। ਖਟ ਕਰਮਾ ਅਰੇ ਆਸਣ ਧੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ। ਕਹਿੰਦੇ ਨੇ ਕਿ 6 ਕਰਮ ਕਰਦਾ ਹੈ, ਖਟ ਕਰਮਾਂ ਦਾ ਧਾਰਨੀ ਬਣਦਾ ਹੈ, ਆਸਣ ਧਰਦਾ ਹੈ, ਧੋਤੀ ਨੂੰ ਸਜਾਉਂਦਾ ਹੈ। ਇਸ ਤੋਂ ਇਲਾਵਾ ਜਿਹੜੇ ਭਾਗਠ ਨੇ, ਜਿਹੜੇ ਅਮੀਰ ਲੋਕ ਨੇ ਧਨਾੜ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਤੂੰ ਪੋਥੀਆਂ ਦਾ ਪਾਠ ਕਰਦਾ ਹੈ। ਮਾਲਾ ਫੇਰੈ ਮੰਗੈ ਵਿਭੂਤ ਇਹ ਵਿਦ ਕੋਏ ਨਾ ਤਰੇ ਉਮੀਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਡਤ ਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਨੇ ਬੜੀਆਂ ਮਾਲਾ ਫੇਰਦਾ ਔਰ ਇਸ ਤੋਂ ਇਲਾਵਾ ਮਾਲਾ ਫੇਰਨ ਦੇ ਬਦਲੇ, ਨਾਮ ਜਪਣ ਦੇ ਬਦਲੇ ਵਿਭੂਤੀ ਮੰਗਦਾ ਹੈ, ਪਰਮੇਸ਼ਰ ਤੋਂ ਬੜੀਆਂ ਮੰਗਾਂ ਮੰਗਦਾ ਹੈ। ਇਹ ਵਿਦ ਕੋਏ ਨਾ ਤਰੇ ਉਮੀਦ। ਪਰ ਇਹ ਪੰਡਤ ਇਸ ਤਰੀਕੇ ਦੇ ਨਾਲ ਹੈ ਮਿੱਤਰਾ, ਅੱਜ ਤੱਕ ਕੋਈ ਵੀ ਇਸ ਦੁਨੀਆ ਦੇ ਸਾਗਰ ਤੋਂ ਨਹੀਂ ਤਰਿਆ। ਸੋ ਪੰਡਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪੰਡਤ ਜੀ, ਦਰਅਸਲ ਅਸਲੀ ਪੰਡਤ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ। ਜਿਹੜਾ ਐਸਾ ਪੰਡਤ ਹੁੰਦਾ ਹੈ ਉਹ ਤਿੰਨਾਂ ਹੀ ਗੁਣਾਂ ਤੋਂ ਅਤੀਤ ਹੁੰਦਾ ਹੈ, ਵੱਖਰਾ ਹੁੰਦਾ ਹੈ। ਉਸ ਦੇ ਮਨ ਤੋਂ ਮਾਇਆ ਦੀ ਜਿਹੜੀ ਮੈਲ ਹੈ ਨਾ ਉਹ ਉਤਰੀ ਹੁੰਦੀ ਹੈ। ਚਤਰ ਵੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਣੀ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖੀਰ ਦੇ ਵਿੱਚ ਲਿਖਦੇ ਨੇ ਕਿ 4 ਵੇਦ ਪੂਰਨ ਪਰਮੇਸ਼ਰ ਦੇ ਨਾਮ ਦੇ ਨਾਲ ਭਰਪੂਰ ਨੇ। ਚਾਰੇ ਜਿਹੜੇ ਵੇਦ ਨੇ ਉਹ ਨਾਮ ਦਾ ਉਪਦੇਸ਼ ਦਿੰਦੇ ਨੇ। ਨਾਨਕ ਤਿਸ ਕੀ ਸਰਣੀ ਪਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਪੈਣਾ ਚਾਹੁੰਦਾ ਹਾਂ। ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਹੋਏ ਨੇ, ਉਹਨਾਂ ਨੇ ਮੰਨੋ ਕਿ ਬਾਣੀ ਰਚੀ ਹੈ ਔਰ ਉਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਉਹਨਾਂ ਨੇ ਨਾਨਕ ਦੇ ਸਿਰਲੇਖ ਦੇ ਹੇਠ ਹੀ ਆਪਣੀ ਬਾਣੀ ਦਰਜ ਕੀਤੀ ਹੈ। ਇਸ ਕਰਕੇ ਭਾਵੇਂ ਕਿ ਇਹ ਸ਼ਬਦ ਲਿਖਿਆ ਹੋਇਆ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਪਰ ਉਹਨਾਂ ਨੇ ਵੀ ਨਾਨਕ ਨਾਂ ਦਾ ਸਿਰਲੇਖ ਵਰਤਿਆ। ਅਖੀਰ ਦੇ ਵਿੱਚ ਕਹਿੰਦੇ ਨੇ ਨਾਨਕ ਤਿਸ ਕੀ ਸਰਣੀ ਪਾਏ। ਮੈਂ ਨਾਨਕ ਉਹਨਾਂ ਦੀ ਸਰਣ ਦੇ ਵਿੱਚ ਪੈਣਾ ਹਾਂ। ਇਸ ਸਾਰੇ ਸ਼ਬਦ ਨੂੰ ਆਪਣੇ ਸਰਲ ਸ਼ਬਦਾਂ ਦੇ ਵਿੱਚ, ਅੱਖਰਾਂ ਦੇ ਵਿੱਚ ਬਿਆਨ ਕੀਤਾ ਹੈ ਭਾਈ ਕਰਤਾਰ ਸਿੰਘ ਜੀ ਕਲਾਸਵਾਲੀ ਨੇ। ਇਸ ਤਰੀਕੇ ਦੇ ਨਾਲ ਇਸੇ ਹੀ ਸ਼ਬਦ ਦਾ ਸਰਲ ਅਨੁਵਾਦ ਹੈ। ਮੂੰਹੋਂ ਪੜਦਾ ਅਰਥ ਉਚਾਰਦਾ ਹੈ, ਹਿਰਦੇ ਰਾਮ ਦੇ ਨਾਮ ਨੂੰ ਧਾਰਦਾ ਨਹੀਂ। ਤੇਰੇ ਪਾਸ ਨੇ ਗੁਣ ਬ੍ਰਾਹਮਣਾਂ ਦੇ, ਤੂੰ ਆਪਣਾ ਆਪ ਸੁਧਾਰਦਾ ਨਹੀਂ। ਸਾਡੇ ਤਾਈਂ ਉਪਦੇਸ਼ ਸੁਣਾਏ ਰਹੋ, ਸਾਡੇ ਤਾਈਂ ਉਪਦੇਸ਼ ਸੁਣਾਏ ਰਹੋ। ਕਿਹਾ ਆਪਣਾ ਮੂਲੋਂ ਵਿਚਾਰਦਾ ਨਹੀਂ। ਪੜ ਵੇਦ ਛੱਡੇ ਕਿਸ ਕੰਮ ਤੇਰੇ, ਹਿਰਦੇ ਵਿੱਚੋਂ ਕ੍ਰੋਧ ਨਿਵਾਰਦਾ ਨਹੀਂ। ਅੱਗੇ ਰੱਖਿਆ ਸਾਲ ਗ੍ਰਾਮ ਤਾਈਂ, ਅੱਗੇ ਰੱਖਿਆ ਸਾਲ ਗ੍ਰਾਮ ਤਾਈਂ। ਕਾਬੂ ਮਨ ਨੂੰ ਕਰ ਬੈਠਾਰਦਾ ਨਹੀਂ। ਤਿਲਕ ਲਾਏ ਕੇ ਪੈਰੀ ਭਾਵੇਂ ਠਾਕੁਰਾਂ ਦੀ, ਲੋਕੀ ਤਾਈਂ ਦਿਖਾਵਦਾ ਹਾਰਦਾ ਨਹੀਂ। ਖਟ ਕਰਮੀ ਆਪਣੇ ਤਾਈਂ ਦੱਸੇ, ਖਟ ਕਰਮੀ ਆਪਣੇ ਤਾਈਂ ਦੱਸੇ। ਆਸਣ ਲਾ ਕੇ ਧੋਤੀ ਉਤਾਰਦਾ ਨਹੀਂ। ਭਗਵਾਨ ਬਣ ਬਹੇ ਤੇ ਪੜੇ ਪੋਥੀ, ਇੱਕ ਅੱਖਰ ਤਾਈਂ ਚਿਤਾਰਦਾ ਨਹੀਂ। ਮਾਲਾ ਫੇਰਦਾ ਵੱਲ ਧਿਆਨ ਮਾਇਆ, ਮਾਲਾ ਫੇਰਦਾ ਵੱਲ ਧਿਆਨ ਮਾਇਆ। ਵਾਂਗ ਬਗਲੇ ਨੈਣ ਉਗਾੜਦਾ ਨਹੀਂ। ਤਰਿਆ ਇਉਂ ਨਾ ਕੋਈ ਕਰਤਾਰ ਸਿੰਘਾ, ਇਹ ਪਖੰਡ ਤਾਂ ਕੁਝ ਸਵਾਰਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਤ ਜੀ ਇਸ ਤਰ੍ਹਾਂ ਕੋਈ ਨਹੀਂ ਤਰਿਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਤਰੇਗਾ।
ਇਹ ਜਿਹੜਾ ਤੁਸੀਂ ਪਖੰਡ ਕੀਤਾ ਹੋਇਆ ਨਾ, ਇਹ ਪਖੰਡ ਕੁਝ ਵੀ ਨਹੀਂ ਸਵਾਰਦਾ। ਇਸ ਤਰ੍ਹਾਂ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਕਹਿੰਦੇ ਨੇ ਤੂੰ ਆਪੇ ਹੀ ਪੰਡਤ ਬਣ ਬੈਠੋ, ਪੰਡਤਾਈ ਦੇ ਗੁਣ ਨਾ ਪਾਏ ਪਾਈ, ਸੋ ਪੂਰਨ ਪੰਡਤ ਜਗ ਅੰਦਰ, ਜੋ ਗੁਰ ਕਾ ਸ਼ਬਦ ਕਮਾਏ ਪਾਈ। ਤਿੰਨਾਂ ਗੁਣਾਂ ਦੀ ਉਤਰੀ ਮੈਲ ਜਿਸ ਦੀ, ਤਿੰਨੇ ਗੁਣਾਂ ਦੀ ਉਤਰੀ ਮੈਲ ਜਿਸ ਦੀ, ਮਾਇਆ ਵਿੱਚ ਨਾ ਪੈਰ ਫਸਾਏ ਪਾਈ। ਚੌਹਾਂ ਵੇਦਾਂ ਤੋਂ ਵੱਧ ਕੇ ਫਲ ਉਹਨੂੰ, ਹਰੀ ਨਾਮ ਜੋ ਜਪੇ ਜਪਾਏ ਪਾਈ। ਐਸੇ ਪੰਡਤ ਜਗ ਦੇ ਵਿੱਚ ਥੋੜੇ, ਐਸੇ ਪੰਡਤ ਜਗ ਦੇ ਵਿੱਚ ਥੋੜੇ, ਆਪ ਤਰਦੇ ਸ੍ਰਿਸ਼ਟ ਤਰਾਏ ਪਾਈ। ਉਹਦੇ ਚੁੰਮੀਏ ਪੈਰ ਕਰਤਾਰ ਸਿੰਘਾ, ਐਸਾ ਵਿਪਰ ਕਿਧਰੇ ਨਿਗਾਏ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਪੰਡਤ ਜੇਕਰ ਸਾਨੂੰ ਮਿਲ ਜਾਵੇ ਤੇ ਤੂੰ ਨਮਸਕਾਰ ਕਰਨ ਦੀ ਕੀ ਗੱਲ ਕਰਦਾ ਹੈ। ਅਸੀਂ ਤੇ ਐਸੇ ਪੰਡਤ ਦੇ ਪੈਰਾਂ ਨੂੰ ਫੜ ਕੇ ਚੁੰਮ ਲਈਏ, ਪਰ ਐਸਾ ਪੰਡਤ ਜੇ ਕਿਤੇ ਮਿਲ ਜਾਵੇ, ਤੂੰ ਐਸਾ ਪੰਡਤ ਨਹੀਂ ਹੈ ਕਿ ਤੈਨੂੰ ਨਮਸਕਾਰ ਕੀਤੀ ਜਾਵੇ। ਪਰ ਜੇਕਰ ਸਾਨੂੰ ਅਸਲੀ ਪੰਡਤ ਮਿਲ ਜਾਵੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਮਸਕਾਰ ਕਰਨ ਦੀ ਗੱਲ ਤੇ ਕਿਧਰੇ ਰਹੀ, ਅਸੀਂ ਤੇ ਉਹਦੇ ਪੈਰ ਚੁੰਮ ਲਾਂਗੇ। ਪਠਕਾ ਦਾ ਸੁਣਾਏ ਸੋ ਟੀਕਾ, ਔਰ ਰਾਮ ਨ ਪ੍ਰੇਮ ਨਜੀਕਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਤ ਜੀ ਪਾਠ ਪੜ੍ਹਦੇ ਹੋ, ਕਥਾ ਸੁਣਾਉਂਦੇ ਹੋ, ਸੁਣਦੇ ਹੋ, ਪਰ ਕਹਿੰਦੇ ਨੇ ਰਾਮ ਨਾ ਪ੍ਰੇਮ ਨਜੀਕਾ, ਨਾ ਤੁਹਾਡੇ ਹਿਰਦੇ ਵਿੱਚ ਰਾਮ ਦਾ ਪਰਮੇਸ਼ਰ ਦਾ ਨਿਵਾਸ ਹੈ, ਔਰ ਨਾ ਹੀ ਕਹਿੰਦੇ ਨੇ ਕਿ ਪ੍ਰੇਮ ਤੁਹਾਡੇ ਨੇੜੇ ਟੁਕਿਆ ਹੈ। ਜਗ ਦੰਭ ਦਿਖਾਏ ਠਗੰਤਾ, ਇਮ ਦੁਸ਼ਤਰ ਨਹੀਂ ਤਰੰਤਾ। ਤੂੰ ਤੇ ਪਖੰਡ ਕਰਕੇ ਵੱਡੇ ਪਖੰਡਾਂ ਦਾ ਧਾਰਨੀ ਬਣ ਕੇ ਜਗਤ ਨੂੰ ਠੱਗਦਾ ਫਿਰਦਾ ਹੈ, ਇਮ ਦੁਸ਼ਤਰ ਨਹੀਂ ਤਰੰਤਾ। ਸਤਿਗੁਰੂ ਜੀ ਕਹਿੰਦੇ ਨੇ हे ਪੰਡਤ, ਕਠਨ ਪ੍ਰਪੰਚ ਨੂੰ ਇਸ ਤਰੀਕੇ ਦੇ ਨਾਲ ਕਦੇ ਵੀ ਤਰਿਆ ਨਹੀਂ ਜਾ ਸਕਦਾ। ਤੁਮ ਸਿਲਾ ਰੂਪ ਪ੍ਰਭ ਚੀਨਾ, ਜੋ ਘਟ ਘਟ ਵਿਆਪ ਪ੍ਰਵੀਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਕਹਿੰਦੇ ਨੇ ਕਿ ਤੂੰ ਤੇ ਪ੍ਰਭੂ ਨੂੰ ਮਾਨੋ ਕਿ ਇੱਕ ਸਿਲਾ ਦੇ ਵਿੱਚ ਕਲਪਿਆ ਹੈ, ਇੱਕ ਪੱਥਰ ਦੇ ਵਿੱਚ ਤੂੰ ਕਲਪਨਾ ਕਰਦਾ ਹੈ ਕਿ ਪੱਥਰ ਪਰਮੇਸ਼ਰ ਹੈ। ਕਹਿੰਦੇ ਨੇ ਜੋ ਘਟ ਘਟ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਹੈ, ਉਹਨੂੰ ਤੇ ਤੂੰ ਪੱਥਰ ਦੇ ਵਿੱਚ ਬੰਨ ਕੇ ਬਿਠਾ ਦਿੱਤਾ। ਬ੍ਰਹਮੰਡ ਕੋਟ ਆਧਾਰਾ, ਸਭ ਮੰਗਤ ਕੋ ਦਾਤਾਰਾ। ਜਿਹੜਾ ਮਾਨੋ ਕਿ ਕਰੋੜਾਂ ਬ੍ਰਹਮੰਡਾਂ ਦਾ ਆਧਾਰ ਹੈ, ਕਰੋੜਾਂ ਬ੍ਰਹਮੰਡਾਂ ਦਾ ਆਸਰਾ ਹੈ, ਜਿਸ ਦਾਤਾਰ ਤੋਂ ਦਾਤੇ ਤੋਂ ਮਾਨੋ ਕਿ ਸਾਰੀ ਦੁਨੀਆ ਮੰਗਦੀ ਹੈ, ਉਸ ਨੂੰ ਤੂੰ ਇੱਕ ਕੁੱਜੇ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ। ਬੜ ਸ਼ੇਸ਼ ਸਾਰ ਦਾ ਨੀਤਾ, ਬ੍ਰਹਮਾ ਇੱਕ ਸਭ ਜੋ ਕੀਤਾ। ਸ਼ੇਸ਼ ਨਾਗ ਸਰਸਵਤੀ ਨਿਤ ਹੀ ਜਿਸ ਤੋਂ ਮੰਗਾ ਮੰਗਦੀ ਹੈ, ਬ੍ਰਹਮਾ ਵਰਗਾ ਜਿਹੜਾ ਦੇਵਤਾ ਹੈ ਜਿਹਦੀ ਉਸਤਤੀ ਕਰਦਾ ਨਹੀਂ ਥੱਕਦਾ, ਉਹਨੂੰ ਤੂੰ ਇੱਕ ਪੱਥਰ ਦੇ ਵਿੱਚ ਕਲਪਿਆ। ਸਭ ਧਿਆਵਤ ਗੁਣਨ ਬਿਸਾਲਾ, ਨਹੀਂ ਅੰਤ ਲਖੈ ਤ੍ਰਈ ਕਾਲਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਧਿਆਨ ਧਾਰਨ ਦੇ ਯੋਗ ਹੈ, ਜਿਹੜਾ ਕਿ ਗੁਣਾਂ ਦੇ ਵਿੱਚ ਵਿਸ਼ਾਲ ਹੈ, ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਜਿਹਨੂੰ ਮਾਨੋ ਕਿ ਤਿੰਨੇ ਸਮਿਆਂ ਦੇ ਵਿੱਚ ਕੋਈ ਨਹੀਂ ਜਾਣ ਸਕਿਆ। ਕੀ ਤੂੰ ਉਸ ਨੂੰ ਸਮਝਦਾ ਹੈ ਕਿ ਉਹ ਪੱਥਰ ਦੇ ਵਿੱਚ ਹੈ? ਸਤ ਮਹਿਤ ਮਹਿਦ ਮਹੀਆਨਾ, ਜਹ ਪਾਰਾਵਾਰ ਨਾ ਜਾਣਾ। ਜੋ ਸਤ ਸਰੂਪ ਹੈ, ਨਿਸ਼ਚੇ ਕਰਕੇ ਹੈ, ਤ੍ਰਿਕਾਲ ਆਬਾਦ ਹੈ। ਕਹਿੰਦੇ ਨੇ ਜਿਹੜਾ ਬਹੁਤ ਵੱਡਿਆਂ ਤੋਂ ਵੱਡਾ ਹੈ, ਜਿਹਨੂੰ ਮਾਨੋ ਕਿ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਕੀ ਉਸ ਪਰਮੇਸ਼ਰ ਨੂੰ हे ਪੰਡਤ ਤੂੰ ਜਾਣ ਲਿਆ? ਜੋ ਸਭ ਸਵੈ ਰਿਜਕ ਪਹੁੰਚਾਵੇ, ਗਜ ਕੀਰਤੀ ਆਦਿਕ ਖਾਵੇ। ਜਿਹੜਾ ਪਰਮੇਸ਼ਰ ਸਾਰਿਆਂ ਨੂੰ ਰਿਜਕ ਪਹੁੰਚਾਉਂਦਾ ਹੈ, ਹਾਥੀ ਤੋਂ ਲੈ ਕੇ ਛੋਟੀ ਕੀੜੀ ਤੱਕ ਮਾਨੋ ਕਿ ਸਾਰਿਆਂ ਦੀ ਪ੍ਰਤਪਾਲਨਾ ਸਵੈਮ ਪਰਮੇਸ਼ਰ ਕਰਦਾ ਹੈ। ਜਿਹ ਲਾਖੋਂ ਸੁਰਪਤ ਦੇਵਾਂ, ਸਸ ਸੂਰਜ ਸ਼ੰਕਰ ਸੇਵਾਂ। ਜਿਸ ਅਕਾਲ ਪੁਰਖ ਨੇ, ਜਿਸ ਪਰਮੇਸ਼ਰ ਨੇ ਮਾਨੋ ਕਿ ਲੱਖਾਂ ਇੰਦਰ ਵਰਗੇ ਦੇਵਤੇ ਸਥਾਪਿਤ ਕਰ ਦਿੱਤੇ ਨੇ, ਲੱਖਾਂ ਹੀ ਸੂਰਜ ਤੇ ਲੱਖਾਂ ਹੀ ਮਾਨੋ ਕਿ ਚੰਦਰਮਾ ਪ੍ਰਕਾਸ਼ਮਾਨ ਕਰ ਦਿੱਤੇ ਨੇ। ਕਹਿੰਦੇ ਨੇ ਛਿਤ ਪਾਵਕ
पौन रूपानी ब्रह्मादक लाखों ज्ञानी। जिस परमेश्वर ने धरती बनाई है, जिसने अग्नि पैदा की है, जिन्हें हवा बनाई है, जिन्हें पानी नू पैदा किया है, ब्रह्मा वर्गे देवते ज्ञानी जड़े ने जिन्हें बना देते ने कि वो एक पत्थर दे विच बैठा है। थल तीन लोक में पूरा को नहीं तिसी बिन यूरा। सतगुरु अर्जन देव सच्चे पातशाह जी कहते ने कि तिन्ना ही लोकां दे विच वो रमया होया है, वो पूर्ण है। कोई भी ऐसी जगह नहीं है जिहड़ी के परमेश्वर तो खाली है, सखणी है। सो ऐसे बड़े महाराजा जेह निमक बिखे जग साजा। हे पंडित, जेड़े ऐसे वड्डे महाराजा ने जेड़े एक निमक दे विच सारी सृष्टि दी साजना कर सकदे ने। तेह कल प्यो पाहण माही जाड़े अल्प शकत कुछ नहीं। ऐसे वड्डे महाराज नु सतगुरु अर्जन देव सच्चे पातशाह जी कहंदे ने, हे पंडित, तू एक पत्थर दे विच कल्प लिया है, एक पत्थर दे नाल विचारधारा नु जोड़ लिया है। जड़ अल्प शकत कुछ नहीं, तू ते इस तरह दा उस नु बना दिता है कि जिवें कोई पत्थर होवे जिहड़ा जड़ हुंदा है, जिहदे विच रता भी किसी प्रकार दी कोई शक्ति नहीं हुंदी। कुछ ले ना दे ना खाही, आस प्रभु को आस बड़ आही। जिहड़ा ऐसा बड़ा प्रभु है ओनू तू ये कर दिता है कि जिवें निर्जीव चीज होवे। निर्जीव चीज ना कुछ खांदी है, ना पींदी है, ना देंदी है, ना किसी नू कुछ कहंदी है। तू ते एक पत्थर बना के परमेश्वर नू रख दिता है। पंडित तू बहुत वड्डा अनजान है। दरअसल पत्थर परमेश्वर नहीं है, परमेश्वर ते सारियां दा दाता है। इस तरीके दे नाल पंडित नू सिक्ख्या दे रहे ने सतगुरु अर्जन देव सच्चे पातशाह जी। साध संगत जी, समय दी समाप्ति है। कल नू ग्रंथाकार जी जिस तरीके दे नाल इस अगली कथा नू अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज जिन्नियां ही अर्जां करदा होया मैं इत्थे ही कथा नू विश्राम दे के सारी साध संगत तो खिमा दा जाए। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है पी होवनहार। हे संता के सदा संग ने धारा आधार। हे ठाकुर हो दास रो मैं निर्गुण गुण नहीं कोई। नानक दीजै नाम दान राखो हिय परोय। याही कुल ते प्रगट हो ताही कुल को नाम। पुन द्वादश गोरिंद को मेरी है प्रणाम।